Good morning, students. Today we will learn about the next crop, that is maize. So maize the recent ਜਿਹੜਾ yield ਹੈਗੀ ਆ 36.25 quintals per hectare ਹੈ ਔਰ ਮੇਜ਼ ਦੀ climatic requirement ਹੈ moisture, warmth for the germination to flowering. So ਟੈਂਪਰੇਚਰ ਹੈਗਾ ਜਰਮੀਨੇਸ਼ਨ ਵਾਸਤੇ 21 ਡਿਗਰੀ ਸੈਂਟੀਗ੍ਰੇਡ ਔਰ ਗਰੋਥ ਵਾਸਤੇ ਹੈਗਾ 32 ਡਿਗਰੀ ਸੈਂਟੀਗ੍ਰੇਡ। ਸੋ extremely high temperature and low humidity during flowering may damage the foliage. So 50 to 75 centimeter well distributed rain is conducive for good growth. ਸੋ ਸੋਇਲ ਟਾਈਪ ਜਿਹੜੀ ਹੈਗੀ ਸੋਇਲ ਸਾਨੂੰ ਕਿਹੋ ਜਿਹੀ ਚਾਹੀਦੀ ਹੈਗੀ ਹੈ ਮੇਜ਼ ਜਿਹੜੀ ਹੈਗੀ ਹੈ ਵੈਲ ਡਰੇਨਡ ਸੈਂਡੀ ਲੋਮ ਔਰ ਸਿਲਟੀ ਲੋਮ ਸੋਇਲ ਦੇ ਵਿੱਚ ਜਿਹੜਾ ਹੈਗਾ ਅੱਛਾ ਗਰੋ ਹੁੰਦੀ ਹੈ। ਰੋਟੇਸ਼ਨ ਅਸੀਂ ਕਰਦੇ ਹੈਗੇ ਹਾਂ ਮੇਜ਼ ਦੀ ਵੀਟ ਬਾਰਲੀ ਪੋਟੈਟੋ ਬਰਸੀਮ ਜਾਂ ਸੇਂਜੀ ਸ਼ੂਗਰਕੇਨ ਕਾਟਨ ਨਾਲ ਵੀ ਹੋ ਸਕਦੀ ਹੈ, ਵੀਟ ਮੂੰਗ ਨਾਲ ਵੀ ਹੋ ਸਕਦੀ ਹੈਗੀ ਆ, ਵੀਟ ਗ੍ਰੀਨ ਮੈਨਿਓਰ ਨਾਲ ਵੀ ਹੋ ਸਕਦੀ ਹੈ, ਪੋਟੈਟੋ ਤੋਰੀਆ ਸਨਫਲਾਵਰ ਨਾਲ ਹੋ ਸਕਦੀ ਹੈਗੀ ਆ, ਪੋਟੈਟੋ ਵੀਟ ਸਨਫਲਾਵਰ ਐਂਡ ਪੀਸ ਸਨਫਲਾਵਰ ਨਾਲ ਵੀ ਕੁਛ ਏਰੀਆ 'ਚ ਹੋ ਰਹੀ ਹੈਗੀ ਆ ਔਰ ਜ਼ਿਆਦਾਤਰ ਮੇਜ਼ ਵੀਟ ਕਾਉਪੀ ਫॉर ਫੋਡਰ ਨਾਲ ਵੀ ਹੋ ਰਹੀ ਹੈਗੀ ਆ। ਅਤੇ ਇਰੀਗੇਟਡ ਮੇਜ਼ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਉਹਦੀਆਂ ਵਰਾਇਟੀਜ਼ ਜਿਹੜੀਆਂ ਹੈਗੀਆਂ ਉਹਦੇ ਵਿੱਚ ਅਸੀਂ ਵਰਾਇਟੀਜ਼ JC12 ਹੈਗੀ ਆ, PMMH11 ਹੈ, PMH1 ਹੈ, ਪ੍ਰਭਾਤ 9087 ਹੈ, KC 92 ਹੈ। ਸ਼ਾਰਟ ਡਿਊਰੇਸ਼ਨ ਹਾਈਬ੍ਰਿਡਸ ਹੈਗੇ PMH2 ਐਂਡ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੈਗੇ ਉਹ 'ਚ ਪੰਜਾਬ ਸਵੀਟ ਕੋਰਨ 1 ਐਂਡ ਪਰਲ ਪੋਪਕੋਰਨ ਜਿਹੜੀ ਹੈਗੀ 1995। ਜਿਹੜੀਆਂ ਵਰਾਇਟੀਜ਼ ਅਨਰਿਕਮੈਂਡਡ ਹੈਗੀਆਂ ਇਹ ਕੁਛ ਇੱਕ ਅਤੇ ਆਪਾਂ ਸਾਡੇ ਸਿਲੇਬਸ 'ਚ ਐਗਰੋਨੋਮਿਕ ਪ੍ਰੈਕਟਿਸਿਸ ਕੀ ਹੈਗੀਆਂ ਅਸੀਂ ਮੱਕੀ ਜਿਹੜੀ ਹੈਗੀ ਉਹ ਕਿੱਦਾਂ ਬੀਜਣੀ ਹੈਗੀ ਆ। ਸਭ ਤੋਂ ਪਹਿਲਾਂ ਲੈਂਡ ਪ੍ਰੈਪਰੇਸ਼ਨ ਕਰਨੀ ਆ। ਲੈਂਡ ਪ੍ਰੈਪਰੇਸ਼ਨ 'ਚ ਮੋਸਟਲੀ 4 ਤੋਂ 5 ਪਲੋਇੰਗਸ ਹੁੰਦੀਆਂ ਹੈਗੀਆਂ। ਉਸ ਤੋਂ ਬਾਅਦ ਪਲੋਇੰਗ ਤੋਂ ਬਾਅਦ ਪਲੈਂਕਿੰਗ ਹੁੰਦੀ ਹੈਗੀ ਆ ਟੂ ਮੇਕ ਦ ਸੀਡ ਬੈਡ ਫਰੀ ਫਰੋਮ ਕਲੌਡਸ ਐਂਡ ਵੀਡਸ। ਠੀਕ ਹੈ, ਕਲੌਡ ਐਂਡ ਵੀਡ ਵਾਸਤੇ ਅਸੀਂ 4 ਤੋਂ 5 ਪਲੋਇੰਗ ਕਰਕੇ ਪਲੈਂਕਿੰਗ ਕਰਕੇ ਵੀਡ ਜਿਹੜਾ ਹੈਗਾ ਉਹਨੂੰ ਰੈਡੀਕੇਟ ਕਰ ਦੇਣਾ ਹੈਗਾ। ਉਸ ਤੋਂ ਬਾਅਦ ਪਲੋਇੰਗ ਕਰਨੀ ਹੈਗੀ ਆ ਜਿਹੜਾ ਹੈਗਾ ਮੋਲਡ ਬੋਰਡ ਪਲੋ ਅਸੀਂ ਜਾਂ ਡਿਸਕ ਹੈਰੋ ਐਂਡ ਕਲਟੀਵੇਟਰ ਫॉर ਦ ਫਸਟ ਕਲਟੀਵੇਸ਼ਨ ਲਈ ਅਸੀਂ ਇਹ ਤਿੰਨੋਂ ਯੂਜ਼ ਕਰਨੇ ਹੈਗਾ। ਲੈਵਲ ਆਫ ਦਾ ਫੀਲਡ ਜਿਹੜਾ ਹੈਗਾ ਪ੍ਰੋਪਰ ਇਰੀਗੇਸ਼ਨ ਹੋਣੀ ਚਾਹੀਦੀ ਹੈ, ਡਰੇਨੇਜ ਹੋਣੀ ਚਾਹੀਦੀ ਹੈਗੀ ਆ। ਸੋ ਮੇਜ਼ ਜਿਹੜੀ ਹੈਗੀ ਆ ਉਹਨੂੰ ਵਿਦਾਊਟ ਐਨੀ ਪ੍ਰੈਪਰੇਟਰੀ ਟਿਲੇਜ ਵਿਦ ਜ਼ੀਰੋ ਟਿਲ ਡਰਿਲ ਦੇ ਨਾਲ ਵੀ ਰਿਕਮੈਂਡ ਕਰ ਰਹੀ ਹੈਗੀ ਆ ਲੁਧਿਆਣਾ ਯੂਨੀਵਰਸਿਟੀ। ਅਤੇ ਟਾਈਮ ਆਫ ਸੋਇੰਗ ਹੈ ਜੀ May to end of June, ਲਾਸਟ ਵੀਕ ਆਫ May ਅਤੇ ਐਂਡ ਆਫ ਜੂਨ। ਸੋ ਸੀਡ ਰੇਟ ਅਸੀਂ ਲੈਣਾ ਹੈਗਾ 7 kg ਸੀਡ ਪਰ ਪਰਲ ਪੋਪਕੋਰਨ ਅਤੇ 8 kg ਸੀਡ ਜਿਹੜਾ ਹੈਗਾ ਅਦਰ ਵਰਾਇਟੀਜ਼। ਜੇ ਪਰਲ ਪੋਪਕੋਰਨ ਇਹ ਪੰਜਾਬ ਦੀ ਵਰਾਇਟੀ ਹੈਗੀ ਆ। ਸੀਡ ਇਨੋਕੂਲੇਸ਼ਨ ਇੱਦਾਂ ਕਰਨੀ ਹੈਗੀ ਆ ਆਪਾਂ ਮਿਕਸ ਕਰਨਾ ਹੈਗਾ 1/2 kg ਪੈਕਟ ਆਫ ਰਿਕਮੈਂਡਡ ਕੰਸੋਰਟੀਅਮ ਬਾਇਓ ਫਰਟੀਲਾਈਜ਼ਰ ਵਿਦ 1 ਲੀਟਰ ਆਫ ਵਾਟਰ ਦੈਨ ਥੋਰਲੀ ਮਿਕਸ ਕਰਨਾ ਉਹਦੇ ਨਾਲ। ਉਸ ਤੋਂ ਬਾਅਦ ਮੇਜ਼ ਸੀਡ ਔਨ ਦਾ ਕਲੀਨ ਪੱਕਾ ਫਲੋਰ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ ਲੈਟ ਇਟ ਡਰਾਈ ਇਨ ਸ਼ੇਡ ਐਂਡ ਸੋ ਦਾ ਸੀਡ ਇਮੀਡੀਏਟਲੀ। ਉਸ ਤੋਂ ਬਾਅਦ ਅਸੀਂ ਡਰਾਈ ਕਰਕੇ ਸੀਡ ਨੂੰ ਇਮੀਡੀਏਟਲੀ ਸੋ ਕਰ ਦੇਣਾ। ਇਹਦੀ ਬੇਸਿਕਲੀ ਟਰੀਟਮੈਂਟ ਅਸੀਂ ਕੀਤੀ ਹੈਗੀ ਆ। ਇਨੋਕੂਲੇਸ਼ਨ ਕਰਨੀ ਹੈਗੀ ਬਾਇਓ ਫਰਟੀਲਾਈਜ਼ਰ ਨਾਲ। ਉਸ ਤੋਂ ਬਾਅਦ ਅਸੀਂ ਟਰੀਟ ਦ ਸੀਡ ਵਿਦ ਦ ਫੰਗੀਸਾਈਡ ਨਾਲ ਟਰੀਟ ਕਰਨਾ ਹੈਗਾ ਆ। ਅਤੇ ਜਿਹੜਾ ਸੀਡ ਇਨੋਕੂਲਮ ਵਿਦ ਕੰਸੋਰਟੀਅਮ ਬਾਇਓ ਫਰਟੀਲਾਈਜ਼ਰ ਇਨਕਰੀਜ਼ ਗ੍ਰੇਨ ਯੀਲਡ ਐਡਵਾਈਜ਼ ਇੰਪਰੂਵ ਸੋਇਲ ਹੈਲਥ। ਸੋ ਬਾਇਓ ਫਰਟੀਲਾਈਜ਼ਰ ਇਜ਼ ਅਵੇਲੇਬਲ ਇਨ PAU। ਅਤੇ ਇਹਦਾ ਪੈਕਟ ਬੇਟਾ ਤੁਸੀਂ ਲੈਬ ਦੇ ਵਿੱਚ ਦੇਖਿਆ ਹੋਇਆ ਹੈਗਾ। ਅਤੇ ਮੈਥਡ ਆਫ ਸੋਇੰਗ ਜਿਹੜਾ ਹੈਗਾ ਉਸ ਦੇ ਵਿੱਚ ਅਸੀਂ 305 ਸੈਂਟੀਮੀਟਰ ਡੀਪ ਲਾਈਨ 'ਚ ਸੋ ਕਰਨਾ ਹੈਗਾ ਮੇਜ਼ ਪਲਾਂਟਰ ਦੇ ਨਾਲ। ਅਤੇ ਸੀਡ ਕਮ ਫਰਟੀਲਾਈਜ਼ਰ ਡਰਿਲ ਵੀ ਯੂਜ਼ ਕਰ ਸਕਦੇ ਹੈਗੇ ਆ ਪ੍ਰੋਵਾਈਡਡ ਦੈਟ ਦੀ ਪਲਾਂਟਿੰਗ ਅਟੈਚਮੈਂਟਸ ਦੇ ਨਾਲ। ਅਤੇ ਰੋ ਟੂ ਰੋ ਸਪੇਸਿੰਗ ਜਿਹੜੀ ਹੈਗੀ ਉਹ 60 ਸੈਂਟੀਮੀਟਰ ਹੋਣੀ ਚਾਹੀਦੀ ਹੈ। ਵੇਅਰ ਐਜ਼ ਪਲਾਂਟ ਟੂ ਪਲਾਂਟ ਸਪੇਸਿੰਗ ਹੋਣੀ ਚਾਹੀਦੀ ਹੈ 20 ਸੈਂਟੀਮੀਟਰ। ਅਤੇ ਟਰੈਂਚ ਸੋਇੰਗ ਵੀ ਕਰ ਸਕਦੇ ਇਹਦੇ ਵਿੱਚ ਅਸੀਂ। ਉਸ ਤੋਂ ਬਾਅਦ ਅਸੀਂ ਬੈੱਡ ਜਾਂ ਰਿਚ ਸੋਇੰਗ ਵੀ ਕਰ ਸਕਦੇ ਹਾਂ। ਜੀਰੋ ਟਿਲੇਜ ਸੋਇੰਗ ਵੀ ਹੋ ਸਕਦੀ ਹੈ, ਇੰਟਰਕ੍ਰੋਪਿੰਗ ਵੀ ਹੋ ਸਕਦੀ ਹੈ ਔਰ ਥਿਨਿੰਗ ਵੀ ਅਸੀਂ ਕਰਨੀ ਹੈ। ਇੰਟਰਕ੍ਰੋਪਿੰਗ 'ਚ ਅਸੀਂ ਕੀ ਕਰਨਾ ਹੈਗਾ ਕਿ ਇੰਟਰਕ੍ਰੋਪ 1 ਰੋ ਇਧਰ ਆਫ ਕਾਪੀ ਔਰ ਮੇਜ਼ ਐਜ਼ ਫੋਡਰ ਲਈ ਯੂਜ਼ ਕਰ ਸਕਦੇ ਹਾਂ। ਸੋਇਆਬੀਨ ਦੀ ਹੋ ਸਕਦੀ ਹੈਗੀ ਆ ਫਾਰ ਗ੍ਰੇਨਸ ਐਂਡ ਗਰਾਊਂਡਨਟ ਫਾਰ ਦਾ ਪੌਡਸ ਇਨ ਮੇਜ਼।
ਸੋਨ ਐਟ ਰੋ ਟੂ ਰੋ ਸਪੇਸਿੰਗ 60 ਸੈਂਟੀਮੀਟਰ। ਇੰਟਰਕ੍ਰੋਪਿੰਗ 'ਚ ਅਸੀਂ ਇੱਕ ਕਰੋਪ ਇਹਦੇ ਨਾਲ ਕਾਉਪੀ ਬੀਜ ਸਕਦੇ ਹਾਂ, ਸੋਇਆਬੀਨ ਬੀਜ ਸਕਦੇ ਹੈਗੇ। ਅਤੇ ਥਿਨਿੰਗ ਕਿੱਦਾਂ ਕਰਨੀ ਹੈਗੀ ਆ ਕਿ ਇਨ ਕੇਸ ਦਾ ਸੋਇੰਗ ਹੈਜ਼ ਨੋਟ ਬੀਨ ਡਨ ਵਿਦ ਦਾ ਪਲਾਂਟਰ ਨਾਲ ਤਾਂ ਪ੍ਰੋਪਰ ਡਿਸਟੈਂਸ ਆ ਜਾਏਗੀ। ਸਪੋਜ਼ ਅਸੀਂ ਪਲਾਂਟਰ ਨਹੀਂ ਯੂਜ਼ ਕੀਤਾ ਤਾਂ ਉਸ ਤੋਂ ਬਾਅਦ ਥਿਨ ਆਊਟ ਦਾ ਪਲਾਂਟਸ ਐਟ ਟਾਈਮ ਆਫ ਦਾ ਫਸਟ ਸੋਇੰਗ। ਜਦੋਂ ਪਹਿਲੀ ਗੋਡੀ ਕਰਨੀ ਹੈਗੀ ਆ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਪਲਾਂਟਸ ਜਿਹੜੇ ਹੈਗੇ ਉਹਦੀ ਥਿਨਿੰਗ ਕਰਨੀ ਹੈਗੀ ਆ ਪਲਾਂਟ ਟੂ ਪਲਾਂਟ ਡਿਸਟੈਂਸ ਆਫ 20 ਸੈਂਟੀਮੀਟਰ। ਮਤਲਬ ਐਕਸਟਰਾ ਪਲਾਂਟ ਜਿਹੜੇ ਹੈਗੇ ਉਹਨੂੰ ਸਾਨੂੰ ਕੱਢਣਾ ਪੈਣਾ ਹੈ ਹੱਥ ਦੇ ਨਾਲ। ਤਾਂ ਉਸ ਤੋਂ ਬਾਅਦ ਵੀਡ ਕੰਟਰੋਲ ਦੇ ਵਿੱਚ ਅਸੀਂ ਕੀ ਕਰਨਾ ਹੈਗਾ ਕਿ ਜੋ ਕਲਚਰਲ ਮੈਥਡ 'ਚ ਅਸੀਂ ਕਰਨਾ ਹੈ ਉਹਦੇ 'ਚ 2 ਹੈਂਡ ਹੋਇੰਗ ਦੇਣੀਆਂ ਹੈਗੀਆਂ 15 to 30 ਡੇਜ਼ ਦੇ ਇੰਟਰਵਲ ਦੇ ਨਾਲ। ਅਤੇ ਇਹਦੇ ਵਿੱਚ ਅਸੀਂ ਖੁਰਪਾ, ਕਸਾਲਾ ਜਾਂ ਵੀਹੋ ਜਾਂ ਤ੍ਰਿਫਲੀ, ਟਰੈਕਟਰ ਡਰੋਨ ਕਲਟੀਵੇਟਰ ਦੇ ਨਾਲ ਅਸੀਂ ਕਰ ਸਕਦੇ ਆਫਟਰ ਸੋਇੰਗ ਵਿਦ ਦਾ ਖੁਰਪਾ ਐਂਡ ਗਰੋ 1 or 2 rows of fodder copy in between maize rows। ਜਿਹੜਾ ਅਸੀਂ ਕਾਪੀ ਫੋਡਰ ਵਾਲਾ ਜਿਹੜਾ ਹੈਗਾ ਉਹਨੂੰ ਅਸੀਂ ਗਰੋ 1 or 2 rows, 1 ਜਾਂ 2 rows ਵੀ ਬਣਾ ਸਕਦੇ ਹੈਗੇ ਆ ਮੱਕੀ ਦੇ ਵਿੱਚ। ਐਂਡ ਹਾਰਵੈਸਟ ਇਟ ਐਟ 35 to 40 days ਆਫਟਰ ਸੋਇੰਗ। ਅਤੇ ਅਸੀਂ 2 ਫਸਲਾਂ ਇੱਕੋ ਟਾਈਮ 'ਚ ਲੈ ਸਕਦੇ ਹਾਂ। ਕੈਮੀਕਲ ਅਸੀਂ ਸਪਰੇਅ ਕਰਨਾ ਹੈਗਾ 800 ਗ੍ਰਾਮ ਪਰ ਏਕੜ ਐਟਰਾਟਾਫ ਕਰ ਸਕਦੇ ਹਾਂ, ਐਟਰਾ ਗੋਲਡ ਕਰ ਸਕਦੇ ਹਾਂ, ਮੈਸਟਾਫ, ਅਟਾਰੀ, ਟਾਰੈਕਸ 50, ਐਟਰਾਜ਼ੀਨ ਇਹਦੇ ਵਿੱਚ ਸਾਲਟ ਹੁੰਦਾ ਹੈਗਾ। ਅਤੇ ਇਹ 500 ਗ੍ਰਾਮ ਪਰ ਏਕੜ ਜਿਹੜਾ ਹੈਗਾ ਲਾਈਟ ਸੋਇਲ ਦੇ ਵਿੱਚ 10 ਦਿਨ ਵਿਦਿਨ 10 days ਆਫ ਸੋਇੰਗ ਦੇ ਵਿੱਚ ਅਸੀਂ ਸਪਰੇਅ ਕਰਾਂਗੇ। ਅਤੇ ਇਹਦੇ ਵਿੱਚ ਮੋਸਟਲੀ ਹਰਬੀਸਾਈਡ ਜਿਹੜਾ ਹੈਗਾ ਇਹ ਇਫੈਕਟਿਵ ਹੈਗਾ ਆ ਐਟਰਾਜ਼ੀਨ ਕਿਹਦੇ ਅਗੇਂਸਟ ਐਨੂਅਲ ਗ੍ਰਾਸਿਸ ਐਂਡ ਬਰੋਡ ਲੀਫ ਵੀਡਸ ਜਿਹੜੇ ਹੈਗੇ ਜਿੱਦਾਂ ਇਟਸਿਟ ਹੈਗਾ, ਇਟਸਿਟ ਦੇ ਅਗੇਂਸਟ ਜਿਹੜਾ ਹੈਗਾ ਇਹ ਕਾਫੀ ਅੱਛਾ ਹਰਬੀਸਾਈਡ ਹੈਗਾ। ਇਸ ਤੋਂ ਇਲਾਵਾ ਕੰਟਰੋਲ ਆਫ ਡੀਲਾ, ਮੋਥਾ ਅਗਰ ਹੋ ਜਾਂਦਾ ਡੀਲਾ ਜਾਂ ਮੋਥਾ ਹੋ ਜਾਂਦਾ ਤਾਂ ਉਹਦੇ ਵਾਸਤੇ ਅਸੀਂ 2,4-D ਜਿਹੜਾ ਲੈਣਾ ਹੈਗਾ 2,4-D ਜਿਹੜਾ ਹੈਗਾ ਐਮਾਈਨ ਸਾਲਟ ਇਹਦਾ ਲੈਣਾ। ਇਹਨੂੰ ਅਸੀਂ 400 ml ਪਰ ਏਕੜ ਜਿਹੜਾ ਇਹਦਾ ਸਪਰੇਅ ਕਰਨਾ ਹੈਗਾ। ਅਤੇ ਉਸ ਤੋਂ ਬਾਅਦ ਅਸੀਂ ਫਰਟੀਲਾਈਜ਼ਰ ਕੀ ਪਾਉਣਾ ਔਰਗੈਨਿਕ ਮੈਨਿਊਰ ਪਾਉਣੀ ਹੈਗੀ ਆ। ਔਰਗੈਨਿਕ ਮੈਨਿਊਰ ਦੇ ਵਿੱਚ ਅਸੀਂ ਗਰੀਨ ਮੈਨਿਊਰ ਪਾਉਣੀ ਆ। ਮਤਲਬ ਗਰੀਨ ਦੇ ਵਿੱਚ ਗਰੀਨ ਮੈਨਿਊਰ 'ਚ ਮਤਲਬ ਕੀ ਹੁੰਦਾ ਹੈਗਾ ਕਿ ਅਸੀਂ ਜਿਹੜੀ ਫਸਲ ਬੀਜੀ ਹੈਗੀ ਆ ਮੈਨਿਊਰ ਵਾਸਤੇ ਉਹਨੂੰ ਖੇਤ ਵਿੱਚ ਹੀ ਵਾਹ ਦੇਣਾ ਹੈਗਾ ਜਾਂ ਖੇਤ ਵਿੱਚ ਹੀ ਪਾ ਦੇਣਾ ਹੈਗਾ। ਜਿੱਦਾਂ ਅਸੀਂ ਡੈਂਚੀਆ ਲੈਂਦੇ ਆ, ਸਨ ਹੈਂਪ ਲੈਂਦੇ, ਕਾਉਪੀ ਲੈਂਦੇ ਹੈਗੇ ਆ। ਕਾਉਪੀ, ਡੈਂਚੀਆ ਅਤੇ ਸਨ ਹੈਂਪ ਜਿਹੜਾ ਹੈਗਾ ਉਹ ਸੋਨ ਡਿਊਰਿੰਗ ਸੈਕਿੰਡ ਫੋਰਨਾਈਟ ਆਫ April ਯੂਜ਼ਿੰਗ 20 or 20 kg ਸੀਡ ਪਰ ਏਕੜ। ਅਤੇ ਉਸ ਤੋਂ ਬਾਅਦ ਅਸੀਂ ਜਿਹੜਾ 50 ਦਿਨ ਦੀ ਫਸਲ ਜਿਹੜੀ ਹੈਗੀ ਆ ਗਰੀਨ ਮੈਨਿਊਰ ਕ੍ਰੋਪ ਜਿਹੜੀ ਹੈਗੀ ਆ ਇਹਨੂੰ ਅਸੀਂ ਸ਼ੁੱਡ ਬੀ ਬਰੀਡ ਐਂਡ ਅਲਾਉਡ ਟੂ ਡੀਕੰਪੋਜ਼। ਇਹਨੂੰ ਡੀਕੰਪੋਜ਼ ਕਰਨ ਦੇਣਾ ਹੈਗਾ ਬਰੀਡ ਕਰਕੇ। ਅਤੇ ਉਸ ਤੋਂ ਬਾਅਦ 10 ਦਿਨ ਬਾਅਦ ਬਿਫੋਰ ਸੋਇੰਗ ਆਫ ਮੇਜ਼, ਠੀਕ ਹੈ, 10 ਦਿਨ ਤੋਂ ਪਹਿਲਾਂ ਮਤਲਬ ਜਦੋਂ ਅਸੀਂ ਆਪਣੀ ਮੱਕੀ ਬੀਜਣੀ ਆ ਉਸ ਤੋਂ 10 ਦਿਨ ਪਹਿਲਾਂ ਜਿਹੜੇ ਹੈਗੇ ਆ ਇਨ ਕੇਸ ਸਮਰ ਮੂੰਗ ਕ੍ਰੋਪ ਇਜ਼ ਗਰੋਨ ਦਾ ਸਟॉ ਸ਼ੁੱਡ ਬੀ ਬਰੀਡ ਬਿਫੋਰ ਸੋਇੰਗ ਆਫ ਮੇਜ਼। ਜੇ ਅਸੀਂ ਮੂੰਗ ਸਮਰ ਬੀਜਣੀ ਹੈਗੀ ਆ ਤਾਂ ਕ੍ਰੋਪ ਜਿਹੜੀ ਹੈਗੀ ਆ ਸਟॉ ਦੀ ਅਸੀਂ ਜਿਹੜੀ ਹੈਗੀ ਆ ਉਹਨੂੰ ਅਸੀਂ ਬਰੀਡ ਕਰਨਾ ਹੈਗਾ। ਪ੍ਰੈਕਟਿਸ ਗ੍ਰੀਨ ਮੈਨਿਊਰਿੰਗ ਐਂਡ ਅਪਲਾਈ full dose of nitrogen to get high yield of maize in maize wheat system is also improve the soil health। ਅਸੀਂ 50 ਕਿਲੋ ਜਿਹੜਾ ਹੈਗਾ ਉਹ ਨਾਈਟ੍ਰੋਜਨ ਵੀ ਪਾਣੀ ਹੈਗੀ ਆ ਪਰ ਏਕੜ। ਸੋ ਫਾਰਮ ਯਾਰਡ ਮੈਨਿਊਰ FYM ਵੀ ਅਸੀਂ ਯੂਜ਼ ਕਰ ਸਕਦੇ ਹੈਗੇ ਆ ਔਰਗੈਨਿਕ ਅਗਰ ਕਰਨੀ ਹੈਗੀ ਆ। ਅਤੇ ਔਰਗੈਨਿਕ ਦੇ ਨਾਲ ਅਸੀਂ ਜਿਹੜੀ ਪੈਡੀ ਸਟॉ ਕੰਪੋਸਟ ਜਿਹੜੀ ਹੈਗਾ ਉਹ ਵੀ ਅਸੀਂ ਪਾ ਸਕਦੇ 180 kg ਪਰ ਏਕੜ ਅਲੋਂਗ ਦਾ ਰਿਕਮੈਂਡਡ ਡੋਜ਼ ਆਫ ਦਾ ਫਰਟੀਲਾਈਜ਼ਰਸ। ਸੋ ਕੈਮੀਕਲ ਬਾਇਓ ਫਰਟੀਲਾਈਜ਼ਰਸ ਅਤੇ ਕੈਮੀਕਲ ਫਰਟੀਲਾਈਜ਼ਰ 'ਚ ਤੁਸੀਂ ਦੇਖ ਰਹੇ ਹੋ ਇਹ ਵਾਲਾ ਸਾਨੂੰ ਟੇਬਲ ਯਾਦ ਕਰਨਾ ਪਏਗਾ। ਇੰਨਾ ਅਸੀਂ ਜਿੱਦਾਂ ਯੂਰੀਆ 110 ਪਾ ਸਕਦੇ ਹਾਂ ਕਿਲੋ ਪਰ ਏਕੜ ਪਾ ਸਕਦੇ ਹੈਗੇ ਆ। ਇੱਦਾਂ ਸਿੰਗਲ ਸੁਪਰ 150 ਕਿਲੋ ਪਰ ਏਕੜ ਪਾ ਸਕਦੇ ਹਾਂ। ਨਾਈਟ੍ਰੋਫੋਸਫੇਟ 125 ਪਾ ਸਕਦੇ ਹੈਗੇ ਆ ਵਰਾਇਟੀਜ਼ ਦੇ ਹਿਸਾਬ ਨਾਲ। ਜਿੱਦਾਂ ਪਰਲ ਪੌਪਕੌਰਨ ਦੇ ਵਿੱਚ ਸਾਨੂੰ ਜਿਹੜਾ ਯੂਰੀਆ ਹੈਗਾ ਆ ਉਹ ਕੰਪੈਰੇਟਿਵਲੀ ਅੱਧਾ ਚਾਹੀਦਾ, ਘੱਟ ਚਾਹੀਦਾ ਹੈਗਾ। ਅਤੇ ਉਸ ਤੋਂ ਬਾਅਦ ਲੀਫ ਕਾਰਡ ਦੇ ਨਾਲ ਇਹਨੂੰ ਅਸੀਂ ਮੈਚ ਕਰਨਾ ਹੈਗਾ ਆ, ਠੀਕ ਹੈ। ਮੈਚ ਕਰਨ ਤੋਂ ਬਾਅਦ ਹੀ ਇਹਨੂੰ ਪਾਉਣਾ ਹੈਗਾ। ਜ਼ਿੰਕ ਡੈਫੀਸ਼ੀਐਂਸੀ ਜਿਹੜੀ ਹੈਗੀ ਆ ਉਹਦੇ ਨਾਲ ਕੀ ਹੁੰਦਾ ਹੈਗਾ
ਅਗਰ ਜਿੰਕ ਡੈਫੀਸ਼ੀਐਂਸੀ ਹੈਗੀ ਆ ਤਾਂ 2 ਹਫ਼ਤੇ ਦੇ ਅੰਦਰ ਅੰਦਰ ਜਿਹੜੀ ਸੀਡਲਿੰਗ ਹੈਗੀ ਆ ਵਿਦਿਨ 2 ਵੀਕਸ ਆਫ ਸੀਡਲਿੰਗ ਜਿੱਦਾਂ ਸੀਡਲਿੰਗ ਦੀ ਇਮਰਜੈਂਸ ਹੁੰਦੀ ਹੈ ਉਹ 2 ਹਫ਼ਤੇ ਦੇ ਅੰਦਰ ਅੰਦਰ ਹੀ ਇਹ ਦਿਖਣਾ ਸ਼ੁਰੂ ਹੋਏਗਾ। ਅ ਬਰੋਡ ਬੈਂਡ ਆਫ ਵਾਈਟ ਐਂਡ ਵੈਰੀ ਲਾਈਟ ਯੈਲੋ ਟਿਸ਼ੂ ਵਿਦ ਰੈਡਿਸ਼ ਵੇਨ ਅਪੀਅਰ। ਠੀਕ ਹੈ, ਜੋ ਇੱਕ ਬਰੋਡ ਬੈਂਡ ਹੋਏਗਾ ਉਹ ਵਾਈਟ ਔਰ ਵੈਰੀ ਲਾਈਟ ਯੈਲੋ ਟਿਸ਼ੂ ਐਂਡ ਰੈਡਿਸ਼ ਵੇਨ ਅਪੀਅਰ ਹੋਣਾ ਸ਼ੁਰੂ ਹੋਏਗਾ ਔਨ ਈਚ ਸਾਈਡ ਆਫ ਦਾ ਮਿਡ ਰਿਬ। ਮਿਡ ਰਿਪ ਦੇ ਬਾਹਰ ਜਿਹੜਾ ਹੈਗਾ ਅਤੇ ਇਹ ਬਿਗਨਿੰਗ ਐਟ ਦ ਬੇਸ ਆਫ ਦ ਸੈਕਿੰਡ ਥਰਡ ਲੀਫ ਫਰੋਮ ਦਾ ਟੋਪ ਆਫ ਦ ਪਲਾਂਟ। ਅਤੇ ਇਹਦੇ ਨਾਲ ਕੀ ਹੋਏਗਾ, ਵਾਈਟ ਪੈਚ ਜਿਹੜਾ ਹੈਗਾ ਲੇਟਰ ਐਕਸਟੈਂਡ ਇਨ ਸਟਰਾਈਪਸ ਟੂਵਰਡਸ ਦਾ ਟਿਪ ਪੈਰਲਲ ਟੂ ਦਾ ਮਿਡ ਰਿਬ। ਸੋ ਮਿਡ ਰਿਬ ਐਂਡ ਦਾ ਲੀਫ ਮਾਰਜਿਨ ਜਿਹੜਾ ਹੈਗਾ ਉਹ ਗ੍ਰੀਨ ਰਹੇਗਾ, ਬਾਕੀ ਸਾਰਾ ਜਿਹੜਾ ਹੈਗਾ ਉਹ ਪੀਲਾ ਪੀਲਾ ਹੋ ਜਾਏਗਾ। ਤਾਂ ਇਹਦੇ ਵਾਸਤੇ ਅਸੀਂ ਕੀ ਕਰਨਾ ਹੈਗਾ ਆ, ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਿਹੜਾ ਹੈਗਾ ਉਹ ਅਸੀਂ 21% ਜਿਹੜਾ ਹੈਗਾ ਉਹਦਾ ਬਰੋਡਕਾਸਟ ਅਸੀਂ ਕਰਨਾ ਹੈਗਾ ਆ, ਕਿੰਨਾ ਹੈਗਾ 10 kg। 10 kg ਅਸੀਂ ਕਰਨਾ ਹੈਗਾ ਆ ਬਰੋਡਕਾਸਟ ਜ਼ਿੰਕ ਸਲਫੇਟ ਹੈਪਟਾਹਾਈਡਰੇਟ 21% ਔਰ 6.5 kg ਜ਼ਿੰਕ ਸਲਫੇਟ ਮੋਨੋਹਾਈਡਰੇਟ 33% ਪਰ ਏਕੜ ਐਟ ਦ ਸੋਇੰਗ ਮਿਕਸਡ ਐਟ ਇਕੁਅਲ ਕੁਆਂਟਿਟੀ ਟੂ ਦ ਡਰਾਈ ਸੋਇਲ। ਸੋ ਅਸੀਂ ਇਹ ਵਾਲੇ ਕੈਮੀਕਲਸ ਦੇ ਨਾਲ ਜ਼ਿੰਕ ਡੈਫੀਸ਼ੀਐਂਸੀ ਨੂੰ ਕੰਟਰੋਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇਰੀਗੇਸ਼ਨ ਐਂਡ ਡਰੇਨੇਜ, ਪਾਣੀ ਅਸੀਂ ਕਿੰਨੇ ਲਾਣੇ ਆ, 4 ਤੋਂ 6 ਪਾਣੀ ਲੱਗਣਗੇ ਡਿਪੈਂਡਿੰਗ ਔਨ ਦਾ ਰੇਨਫਾਲ। ਸੋ ਵਾਟਰ ਸਪਲਾਈ ਜਿਹੜੀ ਹੈਗੀ ਆ ਥਰੂ ਆਊਟ ਦਾ ਕ੍ਰੋਪ ਸੀਜ਼ਨ ਸ਼ੁੱਡ ਬੀ ਐਡਿਕੁਏਟ। ਔਰ ਉਸ ਤੋਂ ਬਾਅਦ ਹੈਗੀ ਡਰੇਨੇਜ ਐਂਡ ਸੇਫਗਾਰਡ ਐਕਸੈਸ ਵਾਟਰ, ਪਾਣੀ ਜਿਹੜਾ ਖੜਾ ਨਹੀਂ ਹੋਣਾ ਚਾਹੀਦਾ ਹੈਗਾ, ਅਤੇ ਇਸ ਲਈ ਉਹਦੀ ਡਰੇਨ ਜਿਹੜਾ ਪ੍ਰੋਪਰ ਹੋਣਾ ਚਾਹੀਦਾ, ਫਲੱਡਿੰਗ ਨਹੀਂ ਹੋਣੀ ਚਾਹੀਦੀ। ਅਤੇ ਹਾਰਵੈਸਟਿੰਗ ਜਿਹੜੀ ਹੈਗੀ ਐਂਡ ਥ੍ਰੈਸ਼ਿੰਗ ਅਸੀਂ ਕਰਨੀ ਹੈਗੀ, ਜਿਹੜੀ ਮੇਜ਼ ਕ੍ਰੋਪ ਹੈਗੀ ਆ ਰੈਡੀ ਫॉर ਹਾਰਵੈਸਟਿੰਗ ਈਵਨ ਵੈਨ ਦਾ ਸਟਾਕਸ ਐਂਡ ਲੀਵਸ ਆ ਐਂਡ ਸਮ ਬਟ ਗ੍ਰੀਨ ਬਟ the husk cover had dried and turned brown. So at the field where wheat is to sown, harvest the stalk along with the cobs, stack them and maize dehusk come thresher. So ਅਸੀਂ ਜਿਹੜੀ ਹੈਗੀ ਆ ਰਮੇਨਸ ਨੂੰ ਪਾ ਸਕਦੇ ਹਾਂ ਵਿੱਚ ਹੀ। ਮੇਜ਼ ਡਰਾਈ ਕਿੱਦਾਂ ਕਰਨੀ ਹੈਗੀ ਆ, ਪੋਰਟੇਬਲ ਮੇਜ਼ ਡਰਾਇਰ 3 ton ਕਪੈਸਿਟੀ ਹੈਜ਼ ਬੀਨ ਡਿਵੈਲਪਡ ਐਜ਼ ਪਰ ਇੰਟਰਨੈਸ਼ਨਲ ਨੋਰਮਸ। ਅਤੇ ਰਿਕਮੈਂਡਡ ਫਾਰ ਡਰਾਈ ਮੇਜ਼ ਗ੍ਰੇਨਸ ਫਾਰਮ ਮੋਇਸਚਰ ਲੈਵਲ ਜਿਹੜਾ ਦਾਣਿਆਂ ਦਾ ਹੋਣਾ ਚਾਹੀਦਾ 25 ਤੋਂ 15%, 8 ਤੋਂ 10 ਘੰਟੇ ਦੇ ਵਿੱਚ ਜਿਹੜਾ ਹੈਗਾ ਹੋ ਜਾਂਦਾ ਇਹਦੇ ਨਾਲ ਅਤੇ ਮੇਨਟੇਨ ਹੋ ਜਾਂਦਾ। ਅਤੇ ਕ੍ਰੋਸ ਫਲੋ ਡਰਾਇਰ ਜਿਹੜਾ ਹੈਗਾ 3 ਪਾਸ ਇਨਡਾਇਰੈਕਟ ਟਾਈਪ ਡੀਜ਼ਲ ਵਾਇਰਡ ਹੀਟਿੰਗ ਸਿਸਟਮ ਦੇ ਬੇਸਿਸ 'ਤੇ ਹੁੰਦਾ ਹੈਗਾ, ਅਤੇ ਇਹਦੇ ਨਾਲ ਵੀ ਅਸੀਂ ਜਿਹੜੇ ਹੈਗਾ ਇਹਦੇ ਵਿੱਚ ਮੋਇਸਚਰ ਜਿਹੜਾ ਹੈਗਾ ਉਹ ਮੇਨਟੇਨ ਹੋਣਾ ਚਾਹੀਦਾ ਹੈਗਾ। ਜ਼ਿਆਦਾ ਮੋਇਸਚਰ ਜਿਹੜਾ ਹੈਗਾ ਉਹਦੇ ਨਾਲ ਰੇਟ ਜਿਹੜਾ ਹੈਗਾ ਘੱਟ ਮਿਲੇਗਾ। ਇੱਕ ਹੈਗਾ ਅੱਜ ਕੱਲ੍ਹ ਬੇਬੀ ਕੌਰਨ ਜਿਹੜਾ ਹੈਗਾ ਦੈਟ ਇਜ਼ ਵੈਰੀ ਕੋਸਟਲੀ, ਅਤੇ ਇਹਨੂੰ ਅਸੀਂ ਕਿੱਦਾਂ ਉਹ ਕਰਨਾ ਹੈਗਾ। ਬੇਬੀ ਕੌਰਨ ਜਿਹੜਾ ਹੈਗਾ ਇਹਦੇ ਵਾਸਤੇ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ। ਥੈਂਕ ਯੂ।